ਦੋਸਤੋ ਵੀਜ਼ਾ ਬੁਲੇਟਿਨ ਬੜੀ ਤੇਜ਼ੀ ਨਾਲ ਮੂਵ ਹੋ ਰਿਹਾ, ਮਗਰ ਤੁਸੀਂ ਸਵਾਲ ਕਰੋ ਜੀ ਕੀ ਫਾਇਦਾ ਇਸ ਮੂਵ ਹੋਣ ਦਾ ਜਦੋਂ ਵੀਜ਼ਾ ਹੀ ਨਹੀਂ ਅੱਗੇ ਲੱਗਣ ਦੇ, ਪਾਜ਼ ਲੱਗਾ ਹੈ। ਅੱਜ ਇਸ ਵੀਡੀਓ 'ਚ ਮੈਂ ਤੁਹਾਨੂੰ ਦੋ ਫਾਇਦੇ ਦੱਸਣੇ ਨੇ, ਬਹੁਤ ਹੀ ਇੰਪੋਰਟੈਂਟ ਦੋ ਫਾਇਦੇ, ਤੁਸੀਂ ਖੁਸ਼ ਹੋ ਜਾਓਗੇ। ਔਰ ਦੂਸਰੀ ਚੀਜ਼ ਮੈਂ ਤੁਹਾਨੂੰ ਇੱਕ ਐਡਵਾਈਸ ਕਰਨੀ ਹੈ, ਅਗਰ ਤੁਸੀਂ ਮੰਨ ਲਈ ਤੇ ਫਾਇਦੇ 'ਚ ਰਹੋਗੇ, ਨਹੀਂ ਮੰਨੋਗੇ ਤੇ ਫਿਰ ਤੁਸੀਂ ਤੇ ਤੁਹਾਡੇ ਸਪਾਂਸਰ ਬਹੁਤ ਟੈਨਸ਼ਨ 'ਚ ਆ ਜਾਣਗੇ। ਫਿਰ ਤੁਸੀਂ ਕਹਿਣਾ ਬੋਬੀ ਭਾਈ ਨੇ ਸਹੀ ਗੱਲ ਕੀਤੀ ਸੀ। ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ, ਵੀਡੀਓ ਨੂੰ ਆਖਰ ਤੱਕ ਦੇਖਣਾ ਔਰ ਕੋਈ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ। ਤੇ ਦੋਸਤੋ ਪਹਿਲਾ ਫਾਇਦਾ ਜਿਹੜਾ ਵੀਜ਼ਾ ਬੁਲੇਟਿਨ ਤੇਜ਼ੀ ਨਾਲ ਅੱਗੇ ਵਧ ਰਿਹਾ ਔਰ ਜਿਨ੍ਹਾਂ ਦੀਆਂ ਡੇਟਾ ਕਰੰਟ ਹੋ ਰਹੀਆਂ ਨੇ, ਭਾਵੇਂ ਪਾਜ਼ ਲੱਗਾ ਹੈ, ਵੀਜ਼ਾ ਨਹੀਂ ਮਿਲ ਰਿਹਾ, ਸਭ ਤੋਂ ਵੱਡਾ ਫਾਇਦਾ ਕਿ ਤੁਹਾਡੇ ਬੱਚੇ ਦੀ ਏਜ ਫਰੀਜ਼ ਹੋ ਰਹੀ ਹੈ। ਇਸ ਤੋਂ ਵੱਡਾ ਫਾਇਦਾ ਕੀ ਹੋ ਸਕਦਾ ਹੈ? ਅਗਰ ਅੱਗੇ ਨਾ ਜਾਵੇ ਔਰ ਤੁਹਾਡਾ ਬੱਚਾ 21 ਸਾਲ ਤੋਂ ਉੱਤੇ ਹੋ ਗਿਆ, ਉਧਰੋਂ ਤੁਹਾਡੇ ਕੋਲ ਇਨਫ ਟਾਈਮ ਨਾ ਆਇਆ I-130 ਦੀ ਅਪਰੂਵਲ ਦਾ, CSPA ਕਾਨੂੰਨ ਦੇ ਵਿੱਚ ਤੁਸੀਂ ਕੁਆਲੀਫਾਈ ਨਾ ਕਰ ਸਕੇ, ਜਿਹੜਾ ਉੱਤੇ ਹੋ ਰਿਹਾ ਸੈਂਕੜਾ ਹਜ਼ਾਰਾਂ ਲੋਕ ਨਹੀਂ ਹੋ ਸਕਦੇ, ਫਿਰ ਕੀ ਬਣੇਗਾ? ਤੇ ਇਹ ਕਿੰਨੀ ਵੱਡੀ ਖੁਸ਼ੀ ਦੀ ਖਬਰ ਹੈ ਕਿ ਤੁਹਾਡਾ ਬੱਚਾ ਤੁਹਾਡੇ ਨਾਲ ਜਾ ਰਿਹਾ। ਤੇਜ਼ੀ ਨਾਲ ਮੂਵ ਹੋਣ ਦਾ ਫਾਇਦਾ ਛੱਡੋ, ਪਾਜ਼ ਨੂੰ ਇੱਕ ਮਿੰਟ ਵਾਸਤੇ ਭੁੱਲ ਜਾਓ, ਉਹ ਬਾਅਦ ਚ ਉਹਦੇ ਮਤਲਬ ਗੱਲ ਕਰਾਂਗੇ, ਲੇਕਿਨ ਇਹ ਸਭ ਤੋਂ ਵੱਡਾ ਬੈਨੀਫਿਟ ਤੁਹਾਨੂੰ ਮਿਲਦਾ ਪਿਆ। ਔਰ ਦੂਸਰੀ ਵੱਡਾ ਬੈਨੀਫਿਟ ਕੀ ਹੈ? ਉਹ ਵੈਲਕਮ ਲੈਟਰ ਵਾਲਿਆਂ ਨੂੰ ਦੇਖੋ, ਇੱਕ ਗੱਲ ਯਾਦ ਰੱਖਣਾ ਕਿ ਜਦੋਂ ਤੁਹਾਡਾ ਡੇਟ ਕਰੰਟ ਹੁੰਦੀ ਹੈ, ਤੁਹਾਡੇ ਬੱਚੇ ਦੀ ਏਜ ਉਦੋਂ ਫਰੀਜ਼ ਹੁੰਦੀ ਹੈ। ਵੈਲਕਮ ਲੈਟਰ ਆਉਣ ਤੇ ਨਹੀਂ ਜੇ ਫਰੀਜ਼ ਹੋਣੀ, ਨਾ ਇੰਟਰਵਿਊ ਡੇਟ ਤੇ ਹੋਣੀ, ਜੇ ਹੋਣੀ ਫਰੀਜ਼ ਹੋ ਤੇ ਜਦੋਂ ਤੁਹਾਡੀ ਕਰੰਟ ਡੇਟ ਹੋ ਗਈ, ਉਹਦਾ ਮਤਲਬ ਹੈ ਕਿ ਵੀਜ਼ਾ ਜਿਹੜਾ ਤੁਹਾਡਾ ਹੈ ਉਹ ਅਵੇਲੇਬਲ ਹੈ। ਯਾਨੀ ਕਿ ਅੱਜ ਵੀਜ਼ਾ ਬੁਲੇਟਿਨ ਆਇਆ ਸੀ ਨਾ, ਅੱਜ ਜਿਨ੍ਹਾਂ ਦੀਆਂ ਡੇਟਾ ਕਰੰਟ ਹੋ ਗਈਆਂ ਨੇ ਉਹ ਸਾਰੀਆਂ ਦੀਆਂ ਡੇਟ ਬੱਚਿਆਂ ਦੀਆਂ ਏਜਾਂ ਫਰੀਜ਼ ਹੋ ਗਈਆਂ ਨੇ, ਕਿਉਂਕਿ ਇਹਦਾ ਮਤਲਬ ਹੈ ਕਿ ਹੁਣ ਵੀਜ਼ਾ ਅਵੇਲੇਬਲ ਹੈ, ਮਿਲੇ ਜਾਂ ਨਾ ਮਿਲੇ ਉਹਨੂੰ ਛੱਡੋ। ਹੁਣ ਵੈਲਕਮ ਲੈਟਰ ਵਾਲਿਆਂ ਦਾ ਕੀ ਫਾਇਦਾ ਹੈ ਕਿ ਉਹਨਾਂ ਦੇ ਸਾਰੇ ਡਾਕੂਮੈਂਟਸ ਜਮ੍ਹਾਂ ਹੋ ਰਹੇ ਨੇ, ਉਹ ਆਪਣੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਤੋਂ ਫਾਰਗ ਹੋ ਰਹੇ ਨੇ, ਕਿਉਂਕਿ ਹਰ ਵਕਤ ਇਹੋ ਹੀ ਹੁੰਦਾ ਸੀ, ਰੌਲਾ ਪਿਆ ਸੀ ਪਿਛਲੇ ਸਾਲ ਡੇਢ ਸਾਲ ਤੋਂ, ਕਿਉਂਕਿ ਬਹੁਤ ਸਲੋ ਸੀ ਕੰਮ। ਉਹ ਬੋਬੀ ਭਾਈ ਵੈਲਕਮ ਲੈਟਰ ਨਹੀਂ ਆ, ਬੋਬੀ ਭਾਈ ਵੈਲਕਮ ਲੈਟਰ ਨਹੀਂ ਆ, ਕੀ ਬਣੇਗਾ ਸਾਡਾ? ਉਹ ਦੇਖ ਲਓ ਜੀ, ਵੈਲਕਮ ਲੈਟਰ ਦੀਆਂ ਲੈਣਾ ਲੱਗ ਗਈਆਂ, ਹਰ ਬੰਦੇ ਨੂੰ ਵੈਲਕਮ ਲੈਟਰ ਆਈ ਜਾ ਰਿਹਾ। ਹੁਣ 2010 'ਚ ਪਹੁੰਚ ਗਏ ਅਸੀਂ ਅੱਜ ਵੈਲਕਮ ਲੈਟਰ ਦੇ, ਇਨਸ਼ਾਅੱਲਾ 2010 ਵਾਲੇ ਤੱਕ, ਜਨਵਰੀ ਵਾਲੇ ਤੱਕ ਨੂੰ ਵੀ ਹੁਣ ਇਸ ਅਗਲੇ ਮਹੀਨੇ 2 ਮਹੀਨਿਆਂ ਦੇ ਵਿੱਚ ਵੈਲਕਮ ਲੈਟਰ ਆ ਜਾਣਗੇ। ਬੜੀ ਸਪੀਡ ਨਾਲ ਆ ਰਹੇ ਨੇ, ਪਿਛਲਿਆਂ ਨੂੰ ਬੜੀ ਸਪੀਡ ਨਾਲ ਆਏ ਨੇ। ਹੁਣ ਆ ਗਈ ਗੱਲ ਅਗਲੀ ਜਿਹੜੀ ਬਹੁਤ ਹੀ ਇੰਪੋਰਟੈਂਟ ਹੈ। ਦੋਸਤੋ ਦੇਖੋ, ਮੇਰੀ ਗੱਲ ਸੁਣੋ, ਹਕੀਕਤ ਤੋਂ ਨਜ਼ਰਾਂ ਨਹੀਂ ਚੁਰਾਣੀਆਂ, ਜਿਹੜੀ ਸੱਚਾਈ ਹੈ ਉਹ ਵੀ ਸਾਹਮਣੇ ਰੱਖਣੀ ਹੈ। ਸੱਚਾਈ ਕੀ ਕਹਿੰਦੀ ਹੈ ਕਿ ਇੱਕ ਸਾਲ 'ਚ 4,500 ਵੀਜ਼ਾ, 4,550 ਵੀਜ਼ਾ ਇਸ਼ੂ ਕਰਨਾ। F4 ਦੀ ਗੱਲ ਕਰ ਰਹੇ, ਕੋਈ ਸਭ ਤੋਂ ਜ਼ਿਆਦਾ ਮਸਲਾ F4 ਦਾ ਹੀ ਹੁੰਦਾ, ਸਭ ਤੋਂ ਜ਼ਿਆਦਾ ਵੀਜ਼ਾ ਵੀ ਉਹੀ ਹੁੰਦਾ, ਸਭ ਤੋਂ ਮਸ਼ਹੂਰ ਕੈਟੇਗਰੀ ਵੀ ਉਹੀ ਹੈ। ਹੁਣ ਕੀ ਹੁੰਦਾ ਹੈ? 4,550 ਵੀਜ਼ਾ ਇਸ਼ੂ ਹੋਣਾ ਕਿਦੋਂ ਤੱਕ? 30 ਸਤੰਬਰ ਤੱਕ, 1 ਅਕਤੂਬਰ ਤੋਂ ਲੈ ਕੇ 30 ਸਤੰਬਰ ਤੱਕ। ਅਸੀਂ ਕਿਤੇ 'ਚ ਬੈਠੇ ਹਾਂ ਜੂਨ 'ਚ, ਔਰ ਜਨਵਰੀ ਤੋਂ ਸਾਡੇ ਤੇ ਪੌਜ਼ ਲੱਗਾ ਹੈ। ਪਿੱਛੇ ਹੁਣ ਮੈਂ ਇੰਡੀਆ ਦੀ ਗੱਲ ਨਹੀਂ ਕਰ ਰਿਹਾ, ਹੁਣ ਪਾਕਿਸਤਾਨ ਦੀ ਗੱਲ ਹੋ ਰਹੀ ਹੈ। ਇੰਡੀਆ ਵਾਲਿਆਂ ਦਾ ਤਾਂ ਇਹ ਮੂਵ ਹੀ ਨਹੀਂ ਨਾ ਕੀਤਾ, 2006 ਤੇ ਹੀ ਫਸ ਗਿਆ 5-6 ਮਹੀਨਿਆਂ ਤੋਂ। ਹੁਣ ਜਨਾਬ ਪਿਛਲੇ ਸਾਲ ਜਦੋਂ 1 ਅਕਤੂਬਰ ਤੋਂ ਨਵਾਂ ਕੋਟਾ ਸ਼ੁਰੂ ਹੋਇਆ ਸੀ, ਅਕਤੂਬਰ, ਨਵੰਬਰ, ਦਸੰਬਰ 3 ਮਹੀਨੇ ਤੇ ਲੋਕਾਂ ਨੂੰ ਵੀਜ਼ੇ ਮਿਲੇ ਸਨ ਨਾ। ਹੁਣ ਕਿੰਨੇ ਮਿਲੇ ਨੇ ਕਿਸੇ ਨੂੰ ਨਹੀਂ ਪਤਾ, ਉਹਨਾਂ ਨੇ ਕੋਈ ਡਾਟਾ ਨਹੀਂ ਦਿੱਤਾ। ਅਸੀਂ ਕਹਿੰਦੇ 1000 ਬੰਦੇ ਨੂੰ ਵੀਜ਼ਾ ਮਿਲਿਆ। ਹੁਣ ਜਨਵਰੀ ਤੋਂ ਪੌਜ਼ ਲੱਗ ਗਿਆ, 30 ਸਤੰਬਰ ਤੱਕ ਜਾਣਾ ਹੈ, ਯਾਨੀ ਕਿ ਇਸ ਸਾਲ ਪੌਜ਼ ਤੇ ਭਾਵੇਂ ਕੱਲ ਹੀ ਖੁੱਲ ਜਾਏ। ਤੇ ਇਹਦਾ ਮਤਲਬ ਪਿੱਛੇ 3,500 ਵੀਜ਼ਾ ਆਈਡੀਆ ਲਾ ਰਹੇ, ਐਜ਼ਿਊਮ ਕਰ ਰਹੇ ਹਾਂ। ਹੁਣ ਇੰਟਰਵਿਊ ਹੋ ਗਿਆ 10,000 ਬੰਦੇ ਦਾ, ਤੇ ਜਨਾਬੇ ਆਲਾ ਅਗਰ ਵੀਜ਼ਾ ਕਿਹਨੂੰ ਮਿਲਣਾ 30 ਸਤੰਬਰ ਤੱਕ 3,500 ਨੂੰ, ਉਹ ਮਿਲ ਗਿਆ, ਉਹ ਚਲੇ ਗਏ, ਫਰਕ ਹੋ ਗਏ। 1 ਅਕਤੂਬਰ ਤੋਂ ਨਵਾਂ ਕੋਟਾ ਸ਼ੁਰੂ ਹੋਏਗਾ, ਉਹ ਨਵੇਂ ਵੀਜ਼ੇ ਮਿਲਣੇ ਸ਼ੁਰੂ ਹੋ ਜਾਣਗੇ। ਇਸ ਵਾਸਤੇ ਪਰੇਸ਼ਾਨ ਨਹੀਂ ਹੋਣਾ, ਇਹ ਵੀ ਇੱਕ ਸੱਚਾਈ ਹੈ। ਹੋ ਸਕਦਾ ਕਿ ਉਹਨਾਂ ਨੇ ਇੰਟਰਵਿਊ ਸਿਰਫ 3,500 ਬੰਦਾ ਜਿਹੜਾ ਬੱਚਾ ਹੈ ਉਹਦਾ ਕੀਤਾ ਹੋਵੇ, ਔਰ ਸਾਰਿਆਂ ਨੂੰ ਵੀਜ਼ਾ ਦੇ ਕੇ ਫਰਕ ਕਰ ਦੇਣ, ਬਾਕੀ ਜਿਹਨਾਂ ਨੂੰ ਵੈਲਕਮ ਲੈਟਰ ਭੇਜ ਰਹੇ ਨੇ ਉਹਨਾਂ ਦਾ ਕੰਮ ਅੱਗੇ ਚਲਾ ਜਾਏ। ਹੁਣ ਐਡਵਾਈਸ ਜਿਹੜੀ ਮੋਸਟਲੀ ਮੇਰੀ ਹੈਗੀ ਹੈ ਉਹ ਵੈਲਕਮ ਲੈਟਰ ਵਾਲਿਆਂ ਵਾਸਤੇ ਵੇ ਕਿ ਜਨਾਬ ਤੁਹਾਡਾ ਜੋ ਸੂਰਤ ਹਾਲ ਨਜ਼ਰ ਆ ਰਹੀ, 2010 ਤੱਕ ਪਹੁੰਚ ਗਏ ਨੇ ਨਾ, ਸੂਰਤ ਹਾਲ ਹੈ ਕਿ ਪਾਸ ਭਾਵੇਂ ਅੱਜ ਖੁੱਲ ਜਾਏ, ਕੱਲ ਖੁੱਲ ਜਾਏ, ਜਦੋਂ ਵੀ ਖੁੱਲੇ, ਤੁਹਾਡੇ ਚਾਂਸਿਸ ਨੇ ਵੈਲਕਮ ਲੈਟਰ ਲੈਂਦੇ ਕਿ ਉਹਨਾਂ ਦੇ ਇੰਟਰਵਿਊ 2027 'ਚ ਜਾ ਸਕਦੇ ਨੇ। ਪਤਾ ਕੋ ਨਹੀਂ, ਸਪੀਡ ਹੋ ਜਾਏ, ਲੇਕਿਨ ਜੋ ਨਜ਼ਰ ਆ ਰਹੀ ਸੂਰਤ ਹਾਲ ਵਾਜ਼ਿਆ ਹੈ ਕਿ ਤੁਹਾਡੇ ਕੇਸ 2027 'ਚ ਤੁਹਾਡੇ ਇੰਟਰਵਿਊ ਹੋ ਸਕਦੇ ਨੇ, 2028-29 ਵੀ ਹੋ ਸਕਦੇ ਨੇ, ਅੱਲਾ ਮਾਫ ਕਰੇ, ਲੇਕਿਨ ਮੈਂ ਇੱਕ ਮਿਸਾਲ ਦੇ ਰਿਹਾ ਕਿ 2027 'ਚ ਹੋ ਸਕਦੇ ਨੇ, ਔਰ ਜਿਹਦੇ ਬਹੁਤ ਜ਼ਿਆਦਾ ਅੱਛੇ ਚਾਂਸਿਸ ਨੇ ਕਿ ਇਨਸ਼ਾਅੱਲਾ 2027 'ਚ ਹੀ ਹੋਣਗੇ। ਅਸੀਂ ਤੇ ਦੁਆ ਹੀ ਕਰ ਸਕਦੇ ਹਾਂ। ਤੇ ਤੁਸੀਂ ਜਨਾਬ ਵਾਲਾ 2027 ਜਦੋਂ ਦਾਖਲ ਹੋਣਾ ਨਾ, ਤੇ ਫਿਰ ਉਹਨੇ ਤੁਹਾਡੇ ਕੋਲੋਂ ਨਵੀਂ I-864 ਵੀ ਮੰਗ ਸਕਦਾ ਹੈ, ਤੁਹਾਡੇ ਕੋਲ ਨਵੇਂ ਟੈਕਸ ਰਿਟਰਨ, ਨਵੇਂ ਤੁਹਾਡੇ ਕੋਲ 1099 ਔਰ W2 ਮੰਗਣੇ ਨੇ, ਯਾਦ ਰੱਖਣਾ। ਔਰ ਉਹ ਜਨਾਬ ਜੇ ਤੁਹਾਡੇ ਕੋਲ ਨਾ ਹੋਏ ਤਾਂ ਮਸਲਾ ਬਣ ਜਾਣਾ, ਸਾਰੀ ਕੀਤੀ ਕਰਾਈ ਉੱਥੇ ਖੂਜ ਪਾਈ ਜਾਣੀ। ਤੇ ਅੱਜ ਹੀ ਆਪਣੇ ਸਪਾਂਸਰ ਨੂੰ ਦੱਸ ਦਿਓ ਕਿ ਅਗਰ ਤੂੰ ਕੋ ਸਪਾਂਸਰ ਲਿਆ ਤੇ ਉਹਨੂੰ ਸਹੀ ਤੌਰ ਤੇ ਤਿਆਰ ਕਰਦੇ, ਉਹਦੇ ਨਾਲ ਲੜਨਾ ਨਹੀਂ, ਔਰ ਤੁਸੀਂ ਆਪਣੇ ਸਪਾਂਸਰ ਨਾਲ ਨਹੀਂ ਲੜਨਾ, ਕਿਉਂਕਿ ਜਦੋਂ ਐਨ ਟਾਈਮ ਤੇ ਉਹਨੇ ਕਹਿਣਾ ਨਾ ਜੀ ਹੁਣ ਤੁਹਾਡਾ ਇੰਟਰਵਿਊ ਤੇ ਆ ਜਾਓ, ਤੁਸੀਂ ਕਹਿਣਾ ਮੈਂ ਤਾਂ ਡਾਕੂਮੈਂਟ ਪਿਛਲੇ ਸਾਲ ਦੇ ਜਮ੍ਹਾਂ ਕਰਾਏ ਨੇ, ਤੂੰ ਮੇਰੇ ਕੋਲ ਕੀ ਮੰਗਣਾ ਪਿਆ? ਤੇ ਤੁਹਾਡੇ ਅੱਜ ਡਾਕੂਮੈਂਟ ਜਮ੍ਹਾਂ ਹੋਣੇ ਨੇ, ਅੱਜ ਤੋਂ 2 ਮਹੀਨੇ ਬਾਅਦ ਹੋਣੇ ਨੇ, ਮਹੀਨੇ ਬਾਅਦ ਜਮ੍ਹਾਂ ਹੋਣੇ ਨੇ। ਆਪਣੇ ਸਪਾਂਸਰ ਨੂੰ ਤਿਆਰ ਰੱਖੋ, ਇਹ ਕੋ ਸਪਾਂਸਰ ਨੂੰ ਤਿਆਰ ਰੱਖੋ ਅਗਲੇ ਸਾਲ ਦੇ ਟੈਕਸ ਵਾਸਤੇ। ਇਹ ਵੈਲਕਮ ਲੈਟਰ ਵਾਲਿਆਂ ਨੂੰ ਦੱਸ ਰਿਹਾ ਵਾਂ,
ਆਪਣੀ ਤੋਂ ਜ਼ਹਿਨੀ ਤੌਰ ਤੇ ਤਿਆਰ ਹੋ, ਤੁਹਾਡਾ ਮੈਡੀਕਲ ਵੀ ਹੋਣਾ, ਤੁਹਾਡਾ ਦੁਬਾਰਾ ਪੁਲਿਸ ਸਰਟੀਫਿਕੇਟ ਵੀ ਜਾ ਸਕਦਾ, ਕਿਉਂਕਿ ਟਾਈਮ ਇਹਦੇ 'ਚ ਲੱਗ ਸਕਦਾ ਨਾ। ਇਸ ਵਾਸਤੇ ਜ਼ਹਿਨੀ ਤੌਰ ਤੇ ਤਿਆਰ ਹੋ। ਇਹ ਆਸਾਨ ਕੰਮ ਨੇ, ਉਹ ਜਿਹੜਾ ਸਪਾਂਸਰ ਉਹ ਮੁਸ਼ਕਲ ਕੰਮ ਹੈ। ਅਗਰ ਉੱਥੋਂ ਨਿਕਲ ਗਿਆ ਫਿਰ ਮਸਲਾ ਬਣ ਜਾਏਗਾ ਜੀ। ਔਰ ਕਿੰਨਾ ਮਸਲਾ ਬਣਦਾ ਇਹ ਮੈਂ ਜਾਣਨਾ ਵਾ ਜਾਂ ਉਹ ਲੋਕ ਜਾਣਦੇ ਨੇ ਜਿਹੜੇ ਰੋਜ਼ਾਨਾ ਮੈਨੂੰ ਦੱਸਦੇ ਨੇ ਕਿ ਜੀ ਹੁਣ ਦੱਸੋ ਕੀ ਕਰੀਏ। ਸਾਲ ਲੰਘ ਜਾਂਦਾ, ਵਿਚਾਰਿਆਂ ਦੇ ਡਾਕੂਮੈਂਟਸ ਪੂਰੇ ਨਹੀਂ ਹੁੰਦੇ। ਹੁਣ ਆ ਗਿਆ ਅਗਲੇ ਉਹ ਬੰਦੇ ਜਿਨ੍ਹਾਂ ਦੇ ਇੰਟਰਵਿਊ ਹੋ ਗਏ ਨੇ। ਦੇਖੋ ਇਹ ਸਪੈਸ਼ਲ ਸੂਰਤ-ਹਾਲ ਹੈ। ਪਹਿਲੇ ਦੱਸ ਦਵਾਂ, ਨਾਰਮਲੀ ਜਦੋਂ ਇੰਟਰਵਿਊ ਹੁੰਦਾ ਉਸ ਤੋਂ ਬਾਅਦ ਕੋਈ ਡਾਕੂਮੈਂਟ ਨਹੀਂ ਤੁਹਾਡੇ ਕੋਲ ਮੰਗਦੇ। ਸਿਰਫ ਇੰਟਰਵਿਊ ਵਾਲੇ ਦਿਨ ਤੁਹਾਨੂੰ ਕਹਿੰਦੇ ਨੇ ਟੈਕਸ ਰਿਟਰਨ ਦੁਬਾਰਾ ਭੇਜ, ਬਰਥ ਸਰਟੀਫਿਕੇਟ ਦੁਬਾਰਾ ਭੇਜ, ਮੈਰਿਜ ਸਰਟੀਫਿਕੇਟ ਦੁਬਾਰਾ ਭੇਜ, ਤੁਸੀਂ ਭੇਜ ਦਿਓ, ਫਾਰਗ ਹੋ ਜਾਂਦੇ। ਇਹ ਵੇ ਸਪੈਸ਼ਲ ਸੂਰਤ-ਹਾਲ। ਇੰਟਰਵਿਊ ਹੋ ਗਿਆ ਤੁਹਾਡਾ ਫਰਵਰੀ ਦਾ ਹੋਇਆ ਹੈ, ਹੁਣ ਤੁਹਾਡਾ ਪਾਸ ਖੁੱਲਦਾ ਜਾ ਕੇ ਜੂਨ ਦੇ ਵਿੱਚ ਮਿਸਾਲ ਦੇ ਤੌਰ ਤੇ ਜਾਂ ਜੁਲਾਈ 'ਚ, ਤੇ ਤੁਸੀਂ ਜਨਾਬੇ ਵਾਲਾ ਤੁਹਾਡੇ ਕੋਲੋਂ ਮੰਗ ਸਕਦਾ ਹੈ ਕਿ ਯਾਰ ਦੁਬਾਰਾ ਡਾਕੂਮੈਂਟ ਜਮ੍ਹਾਂ ਕਰਾ। ਔਰ ਇਹ ਵੀ ਹੋ ਸਕਦਾ ਕਿ ਤੁਸੀਂ ਕੋਟੇ 'ਚ ਹੀ ਨਾ ਆਓ, ਕੋਟਾ ਹੀ ਪੂਰਾ ਹੋ ਜਾਵੇ, ਤੁਹਾਡੀ ਵਾਰੀ ਨਾ ਆਏ, ਤੁਹਾਡੀ ਵਾਰੀ ਅਗਲੇ ਸਾਲ ਤੇ ਚਲੀ ਜਾਏ, ਤੇ ਫਿਰ ਤੁਹਾਡੇ ਕੋਲ ਅਗਲੇ ਸਾਲ ਦੀ ਟੈਕਸ ਰਿਟਰਨ ਵੀ ਮੰਗ ਸਕਦਾ ਹੈ। ਪਹਿਲੇ ਹੋਇਆ ਨਹੀਂ ਇਸ ਨਾਲ ਕਦੀ। ਸਾਰਾ ਕੁਝ ਕਿਉਂਕਿ ਪਹਿਲੀ ਦਫਾ ਹੋ ਰਿਹਾ, ਇਸ ਵਾਸਤੇ ਕਿਸੇ ਨੂੰ ਪਤਾ ਨਹੀਂ ਹੈਗਾ। ਇੰਟਰਵਿਊ ਤੋਂ ਬਾਅਦ ਤਾਂ ਨਹੀਂ ਮੰਗਦੇ, ਲੇਕਿਨ ਚਾਂਸ ਹੈਗੇ ਨੇ। ਤੁਸੀਂ ਵੀ ਜ਼ਹਿਨੀ ਤੌਰ ਤੇ ਆਪਣੇ ਸਪਾਂਸਰ ਨੂੰ ਤਿਆਰ ਰੱਖੋ, ਅੱਜ ਕੋਈ ਮਜ਼ਾਇਕਾ ਨਹੀਂ। ਲੇਕਿਨ ਜਿਹੜੇ ਵੈਲਕਮ ਲੈਟਰ ਵਾਲੇ ਨੇ ਉਹਨਾਂ ਨੇ 100% ਤਿਆਰ ਰੱਖਣਾ ਹੈ, ਕਿਉਂਕਿ ਜੇ ਉਹਨਾਂ ਦੇ ਇੰਟਰਵਿਊ 2026 'ਚ ਨਾ ਹੋਏ ਤੇ ਫਿਰ ਉਹਨਾਂ ਵਾਸਤੇ ਮਸਲਾ ਬਣਨਾ, ਉਹਨਾਂ ਨੂੰ ਡਾਕੂਮੈਂਟ ਦੁਬਾਰਾ ਦੇਣੇ ਪੈਣੇ ਜੇ। ਇੰਪੋਰਟੈਂਟ ਵਾਈਜ਼ ਅਗਰ ਮੈਂ ਨਾ ਵੀ ਹੋਇਆ ਤੇ ਤੁਸੀਂ ਯਾਦ ਕਰੋਗੇ ਬੋਬੀ ਭਾਈ ਨੇ ਸਾਨੂੰ ਪਹਿਲੇ ਹੀ ਦੱਸਤਾ ਸੀ। ਬਾਕੀ ਰਹਿ ਗਈ ਪੌਸ ਦੀ ਗੱਲ, ਤੇ ਪੌਸ ਦਾ ਕੁਝ ਪਤਾ ਨਹੀਂ। 3 ਤਰੀਕ ਨੂੰ ਜਿਹੜਾ ਆਖਰੀ ਲੈਟਰ ਜਮ੍ਹਾਂ ਹੋਇਆ ਸੀ, ਗਵਰਨਮੈਂਟ ਨੇ ਕਰਵਾਇਆ ਸੀ, ਉਹ ਮੈਂ ਉਰਦੂ ਤਰਜਮਾ ਕਰਕੇ ਕੱਲ ਹੀ ਆਪਣੀ ਫੇਸਬੁੱਕ ਤੇ ਲਾਤਾ ਹੈ, ਪੜ੍ਹ ਲਓ। ਉਹਦਾ ਹੀ ਤਰਜਮਾ, ਮੈਂ ਆਪਣੇ ਕੋਲੋਂ ਨਹੀਂ ਕੁਝ ਲਿਖਿਆ, ਉਹਨਾਂ ਨੇ ਜੋ ਕਿਹਾ ਸੀ ਉਹਦਾ ਹੀ ਤਰਜਮਾ ਕੀਤਾ ਹੈ, ਤੇ ਉਹ ਦੇਖ ਲਓ। ਉਸ ਤੋਂ ਇਲਾਵਾ ਗਵਰਨਮੈਂਟ ਵੱਲੋਂ ਕੁਝ ਅਜੇ ਤੱਕ ਕੋਈ ਉਹਦੇ 'ਚ ਨਹੀਂ ਗੱਲ ਪਤਾ ਲੱਗੀ, ਨਾ ਹੀ ਉਹਨਾਂ ਨੇ ਕੋਈ ਐਲਾਨ ਕੀਤਾ ਹੈ। ਕੋਰਟ ਨੇ ਕੋਈ ਮੂਵਮੈਂਟ ਨਹੀਂ ਕੀਤੀ, ਹੋ ਸਕਦਾ ਸੁਬਾਹ ਹੀ ਕਰ ਦੇਵੇ, ਕੀ ਪਤਾ ਸ਼ਾਮ ਨੂੰ ਕਰ ਦੇਵੇ, ਕੁਝ ਪਤਾ ਨਹੀਂਗਾ। ਜਿਸ ਤਰ੍ਹਾਂ ਹੀ ਹੋਏਗਾ ਤੁਹਾਨੂੰ ਦੱਸਾਂਗਾ। ਫਿਲਹਾਲ ਉਧਰ ਸਾਰੇ ਪਾਸੇ ਖਾਮੋਸ਼ੀ ਹੈ, ਦੁਆ ਦੀ ਸਖਤ ਜ਼ਰੂਰਤ ਹੈ। ਦੁਆ ਕਰੋ ਇਹਦੇ ਬਾਰੇ, ਔਰ ਆਪਣੇ ਭਰਾ ਦੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਕੋਈ ਲਾਈਕ ਸ਼ੇਅਰ ਕਮੈਂਟ ਵੀ ਕਰ ਦਿਆ ਕਰੋ। ਥੈਂਕ ਯੂ ਸੋ ਮਚ।